ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਹੀ ਰੂਪ। ਸਾਧ ਸੰਗਤ ਜੀਓ, ਰਸ਼ਨਾ ਨੂੰ ਕਰੋ ਪਵਿੱਤਰ। ਗੱਜ ਵੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਜੰਮੂ, ਜੋ ਆਪਣੇ ਮੁਖਾਰਬਿੰਦ ਦੇ ਵਿੱਚੋਂ ਅੰਮ੍ਰਿਤਮਈ ਬਾਣੀ ਵਿਚਾਰ ਕਰਕੇ ਸੰਗਤਾਂ ਦੇ ਨਾਲ ਸੰਬੋਧਨ ਹੋਏ ਅਤੇ ਕੁਝ ਸਮੇਂ ਲਈ ਸੰਗਤਾਂ ਨੂੰ ਗੁਰਬਾਣੀ ਗੁਰੂ ਦਾ ਗਿਆਨ ਵੰਡਿਆ। ਬਹੁਤ ਹੀ ਧੰਨਵਾਦ ਇਹਨਾਂ ਗੁਰਮੁਖਾਂ ਦਾ। ਅਤੇ ਭਾਈ ਸਾਹਿਬ ਦੱਸ ਰਹੇ ਸੀ ਕਿ ਸਾਨੂੰ ਸੰਗਤ ਮਿਲੀ ਹੈ। ਸੰਗਤ ਦੇ ਵਿੱਚ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਸਿੱਖਣੇ ਆ ਗੁਰਮੁਖੋ। ਹਰ ਇੱਕ ਜੀਵ ਕੋਸ਼ਿਸ਼ ਪਹਿਲਾਂ ਵੀ ਕਰਦਾ ਸੀ, ਕੋਈ ਕਿਸੇ ਤਰੀਕੇ ਨਾਲ ਕਰਦਾ, ਕੋਈ ਕਿਸੇ ਤਰੀਕੇ ਨਾਲ ਕਰਦਾ, ਕੋਈ ਕਿਸੇ ਤਰੀਕੇ ਨਾਲ ਕਰਦਾ। ਇਹ ਚੀਜ਼ ਦੇ ਬਾਰੇ ਗੁਰਬਾਣੀ ਗੁਰੂ ਦੇ ਵਿੱਚ ਵੀ ਦਰਜ ਹੈ। ਪਾਤਸ਼ਾਹ ਵੀ ਇਹ ਤਰੀਕੇ ਦੱਸਦੇ ਹੈ। ਕਹਿੰਦੇ ਕਰਦੇ ਸੀ ਸਾਰੇ ਜੀਵ, ਬੜੀ ਹਾਰਡ ਤੋਂ ਹਾਰਡ ਤਪੱਸਿਆ ਵੀ ਕਰਦੇ ਸੀ, ਨੋਰਮਲ ਤਪੱਸਿਆ ਵੀ ਕਰਦੇ ਸੀ। ਪਰ ਗੁਰਮੁਖ ਪਿਆਰਿਓ, ਜਿੰਨੀ ਦੇਰ ਸਾਨੂੰ ਗੁਰੂ ਦਾ ਭੇਦ ਨਹੀਂ ਪਤਾ ਲੱਗਿਆ ਕਿ ਸਾਨੂੰ ਸਾਡਾ ਗੁਰੂ ਕੀ ਸਮਝਾਉਣਾ ਚਾਹੁੰਦਾ, ਸਾਡਾ ਗੁਰੂ ਭਗਤੀ ਦਾ ਮਾਰਗ ਕਿੱਦਾਂ ਦੱਸ ਰਿਹਾ, ਸਾਡਾ ਗੁਰੂ ਜੁਗਤੀ ਕੀ ਦੱਸ ਰਿਹਾ ਭਗਤੀ ਦੇ ਮਾਰਗ ਦੀ। ਦੇਖੋ, ਇੱਕ ਗੱਲ ਤੇ ਸਾਫ਼ ਹੈ, ਇਸ ਦੁਨੀਆ 'ਤੇ ਕੋਈ ਵੀ ਕਾਰਿਆ ਕਰਨਾ ਹੋਵੇ, ਉਸ ਦੀ ਜੁਗਤੀ ਜ਼ਰੂਰ ਹੁੰਦੀ ਹੈ। ਜੁਗਤੀ ਤੋਂ ਬਗੈਰ ਕੋਈ ਵੀ ਕਾਰਿਆ ਨਹੀਂ ਹੁੰਦਾ। ਹਰ ਇੱਕ ਕੰਮ ਜੁਗਤੀ ਦੇ ਨਾਲ। ਪਾਤਸ਼ਾਹ ਕਹਿੰਦੇ ਜੇ ਕਰੋਗੇ ਨਾ ਤੁਸੀਂ, ਕਹਿੰਦੇ ਉਹ ਬੜੇ ਸੌਖੇ ਅਤੇ ਸੁਖਾਲੇ ਹੋ ਜਾਂਦੇ ਆ। ਜੇ ਜੁਗਤੀ ਨਹੀਂ ਅਪਣਾਵਾਂਗੇ ਤਾਂ ਉਹ ਕੰਮ ਬੜਾ ਮੁਸ਼ਕਲ ਹੈ। ਇੱਕ ਆਪਾਂ ਛੋਟਾ ਜਿਹਾ ਕੰਮ ਲੈ ਲਈਏ, ਇੱਕ ਆਪਾਂ ਸੂਈ ਦੇ ਵਿੱਚ ਧਾਗਾ ਪਾਉਣਾ, ਧਾਗਾ ਉਸ ਦੀ ਵੀ ਜੁਗਤੀ ਹੈ। ਜੇ ਉਸ ਧਾਗੇ ਨੂੰ ਮੂਹਰੇ ਤੋਂ ਤੋੜ ਕੇ ਥੋੜ੍ਹਾ ਜਿਹਾ ਆਮ ਜੀਵ ਕੀ ਕਰਦੇ ਆ, ਥੁੱਕ ਲਾ ਕੇ ਉਸ ਨੂੰ ਗਿੱਲਾ ਕਰ ਲੈਂਦੇ ਅਤੇ ਮੂਹਰੋਂ ਥੋੜ੍ਹਾ ਤਿੱਖਾ ਕਰ ਲੈਂਦੇ ਆ। ਜਦੋਂ ਫਿਰ ਉਸ ਨੂੰ ਸੂਈ ਦੇ ਨੱਕੇ ਦੇ ਵਿੱਚ ਪਾਉਂਦੇ ਆ, ਉਹ ਆਸਾਨੀ ਨਾਲ ਚਲਿਆ ਜਾਂਦਾ। ਜੇ ਆਹੀ ਜੁਗਤੀ ਨਾ ਅਪਣਾਇਆ ਜਾਵੇ, ਉਹ ਧਾਗੇ ਨੂੰ ਗਿੱਲਾ ਨਾ ਕੀਤਾ ਜਾਵੇ, ਮੂਹਰੋਂ ਕਲੋਜ਼ ਨਾ ਕੀਤਾ ਜਾਵੇ, ਤਾਂ ਉਹ ਧਾਗਾ ਕਦੇ ਸੂਈ ਦੇ ਨੱਕੇ ਦੇ ਵਿੱਚ ਨਹੀਂ ਪੈਂਦਾ। ਆਹ ਛੋਟੀ ਜਿਹੀ ਜੁਗਤੀ ਹੈ, ਸਿਰਫ ਉਸ ਨੂੰ ਗਿੱਲਾ ਕਰਕੇ ਮਰੋੜੀ ਦੇਣ ਦੀ। ਉਸੇ ਨਾਲ ਉਹ ਸਿੱਧਾ ਹੋ ਜਾਂਦਾ, ਪਤਲਾ ਹੋ ਜਾਂਦਾ ਅਤੇ ਉਹ ਸੂਈ ਦੇ ਨੱਕੇ ਦੇ ਵਿੱਚ ਚਲਾ ਜਾਂਦਾ। ਇਹ ਜੁਗਤੀ ਸੀ। ਇੱਦਾਂ ਮਾਲਕ ਨੂੰ ਮਿਲਣ ਦੀ ਵੀ ਜੁਗਤੀ ਹੈ। ਇਹ ਵੀ ਪਾਤਸ਼ਾਹ ਆਪਾਂ ਨੂੰ ਦੱਸ ਰਹੇ ਆ। ਗੁਰਬਾਣੀ ਦੇ ਵਿੱਚ ਜ਼ਿਆਦਾ ਕਰਕੇ ਮਾਲਕ ਦੇ ਨਾਮ ਵਾਹਿਗੁਰੂ ਅੱਲਾ ਗੌੜ ਦੇ, ਜਿੱਥੇ ਅਨੇਕਾਂ ਨਾਮ ਦੱਸੇ ਹੈ, ਉੱਥੇ ਸੱਚ ਵੀ ਆਖਿਆ ਗਿਆ ਕਿ ਸੱਚ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ। ਸੱਚ ਦੇ ਨਾਮ ਨਾਲ ਗੁਰਬਾਣੀ ਦੇ ਵਿੱਚ ਸੋਧਨ ਕੀਤਾ ਹੈ। ਪਾਤਸ਼ਾਹ ਦੱਸਦੇ ਹੈ, ਸੱਚ ਤਾਂ ਪਰ ਜਾਣੀਐ ਜੇ ਜੁਗਤ ਜਾਣੈ ਜੀਓ। ਕਹਿੰਦੇ ਸੱਚ ਨੂੰ ਜਾਣ ਸਕਦੇ ਹਾਂ, ਪਰ ਜੇ ਜੀਵ ਉਸ ਜੁਗਤੀ ਨੂੰ ਜਾਣਦਾ। ਉਸ ਜੁਗਤੀ ਨੂੰ ਸਿੱਖਣ ਦੇ ਲਈ ਸਾਨੂੰ ਲੋੜ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ। ਜੇ ਅਸੀਂ ਆਪਣੇ ਗੁਰੂ ਕੋਲ ਆ ਕੇ ਆਪਣੇ ਗੁਰੂ ਕੋਲੋਂ ਜੁਗਤੀ ਨਹੀਂ ਸਿੱਖਾਂਗੇ, ਤਾਂ ਆਪਾਂ ਸੱਚ ਦੇ ਵਿੱਚ ਲੀਨ ਨਹੀਂ ਹੋ ਸਕਦੇ, ਨਹੀਂ ਹੋ ਸਕਦੇ ਗੁਰਮੁਖ ਪਿਆਰੇ। ਇੱਥੇ ਪਾਤਸ਼ਾਹ ਕਹਿੰਦੇ ਹੈ, ਕਹਿੰਦੇ ਬੜੇ ਪਹਿਲਾਂ ਜੀਵਾਂ ਨੇ ਪਾਠ ਪੜ੍ਹੇ ਸੀ। ਆਪਣੇ ਵਿੱਚ ਵੀ ਸੰਗਤ ਕਹਿ ਰਹੀ ਹੈ। ਪਤਾ ਹੈ, ਜਦੋਂ ਵਿਚਾਰ ਹੁੰਦੀ ਹੈ ਸੰਗਤਾਂ ਦੇ ਨਾਲ, ਇੱਕ ਕੱਲ੍ਹ ਹੀ ਕਿਸੇ ਭੈਣ ਦਾ ਮੈਸੇਜ ਆਇਆ ਸੀ। ਉਹ ਕਹਿੰਦੀ ਵੀਰ ਜੀ, ਮੈਂ 35 ਪਾਠ ਜਪਜੀ ਸਾਹਿਬ ਦੇ ਕਰ ਦਿੰਦੀ ਹਾਂ ਅਤੇ 45 ਪਾਠ, 40 ਤੋਂ 45 ਪਾਠ ਕਰਨ ਦੀ ਸ਼ਮਤਾ ਵੀ ਰੱਖਦੀ ਹਾਂ। ਮੈਂ ਹੋਰ ਵੀ 10 ਪਾਠ ਕਰ ਸਕਦੀ ਹਾਂ ਜੇ ਤੁਸੀਂ ਮੈਨੂੰ ਕਹੋ ਤਾਂ।
पर गुरबाणी दे विच ते किते नहीं आखिया कि तू इस तरीके नाल पाठ करी चल। पातशाह गुरबाणी दे विच कहिंदे है, कहंदे तुहाडा गुरु तुहाडे नाल गल्लां करनियां चाहुंदा है, तुहाडा गुरु तुहानूं समझाउणा चाहुंदा है। वो समझण दी गल करिए गुरमुख प्यारे। पुछ लईए आपां हनेरे दे विचां, हनेरा काहदा है? अगियानता दा है। जो गुरबाणी है ये चानण है। जदों गुरबाणी दा चानण आ जांदा है जिथे, उथे अगियानता दा हनेरा दूर हो जांदा। गुरबाणी इस जग में चानण, गुरबाणी ते चानण है इस जग दे विच। पर चानण किहनूं देगी? किस नूं देगी चानण? जिहड़ा इन्हां नेत्रां नूं खोल के गुरबाणी नूं पढ़ेगा, पढ़ के समझेगा कि मैनूं गुरबाणी कहंदी की है, गुरबाणी कहंदी की है। देखो गुरमुखो, कितनी बार आपां ने भी दोहरा दिता शब्द, आम भी तुसीं सुणदे हो। गल ते इत्थे आके मुकदी है कि असीं गुरबाणी गुरु की गल मन्नण लई तैयार हाँ। जिथे जिहड़ा जीव गुरबाणी गुरु की गल मन्नण लई तैयार है, उस घर दे विच सुख ही सुख हुंदे आ, उस घर दे विच आनंद ही आनंद है। पर जदों असीं अपने वड्डियां दी गल नूं स्वीकार नहीं करदे ना, उत्थे हमेशा दुख ही दुख हुंदे आ। पातशाह ते की कहंदे आ? गुरबाणी कहे सेवक जन मानै। गुरबाणी किसी पासे भी सानू इशारा कर देवे, असी उस नूं स्वीकार करना, असी उस नूं मन्नना। गुरबाणी कहे सेवक जन मानै। असी किंतु परंतु करे तो बगैर असी प्रवान कर लईए, असी मन लईए। जदों मेरे शहनशाह ने साडी मन्नण दी शक्ति कबूल कर लई, असी मन्नना शुरू कर दिता, साहिबां नूं भी पता लग गया कि मेरे बच्चे हुण हुक्म दे विच आ गए, हुक्म तो आकी नहीं। उत्थे गुरमुख प्यारिओ प्रतख रूप दे विच गुरु तुहाडे सामने होएगा। प्रतख, जो मर्जी मंग लिओ, जो मर्जी। ये 11वीं जोत गुरगद्दी जिहड़ी गुरु ग्रंथ साहिब नूं दित्ती है ना, प्रतख आख्या, प्रतख। पर सानू ते अजे तक नज़र नहीं आया, साडे ते अजे काज नहीं होए, साडा ते कोई काम नहीं होया। अजे क्यों नहीं होया? असी मन्निया कित्थे है? असी मन्निया कदों है गुरमुख प्यारिओ? जिद्दें असी मन्नण दे मूड दे विच आ गए, उस दिन ये गल समझ आएगी, असते उस दिन ये गल सच्ची होएगी। किहड़ी? जिहड़ी पातशाह कहंदे है, तू मैनू एक मिलण दे लई एक कदम पुट लै, पर तेरे उस कदम दे विच प्यार होना चाहिदा, तेरे उस कदम दे विच मन्नण दी शक्ति होनी चाहिदी है। उस दिन मैं तैनू करोड़ां कदम अगे होके लैण दे लई आ जावांगा। हुण जीव की करदे आ? पातशाह कहंदे पाठ पढ़िओ और वेद विचारिओ, निबल भुअंगम साधे। बड़े पाठ पढ़े आ, बड़े पाठ कीते, जिद्दां दस्सिया सी कि बीबी 35 पाठ करदी है जपजी साहिब दे। पर पुछिया कि जपजी साहिब कहंदा की है तुहानू? ये पता लग्या 35 वार दे विच तुहानू पता लग्या जपजी साहिब की कहंदे? कहंदे ये नहीं पता, ये नहीं पता कि जपजी साहिब कहंदा की है। कहंदे कहंदा भी है कुछ जपजी साहिब? असीं ते कदे सोचिया नहीं कि जपजी साहिब सानू कुछ कहंदा। फिर की फायदा होया पढ़े दा? पाठ पढ़िओ और वेद विचारिओ, निबल भुअंगम साधे। इन्ना कुछ करन दे नाल पाठ भी पढ़े, वेद भी विचारे, विचारे अपनी मत द्वार, मत दे नाल जिद्दां समझ आई उदां ही।
समझ लिया ਇਹਦਾ ਤੇ ਇਹ ਅਰਥ ਹੋਏਗਾ, ਇਹਦਾ ਇਹ ਅਰਥ ਹੋਏਗਾ। ਨਿਵਲ ਭੁਅੰਗਮ ਸਾਧੇ, ਨਿਵਲ ਕਹਿੰਦੇ ਆ ਨਿਉਲੇ ਨੂੰ। ਜਿੱਦਾਂ ਨਿਉਲਾ ਜਾਂ ਇੱਕ ਕਿਰਲੀ ਤੋਂ ਥੋੜ੍ਹਾ ਵੱਡਾ ਹੁੰਦਾ ਜਾਨਵਰ, ਉਹ ਕਲਰ ਵੀ ਬਦਲਦਾ, ਰੰਗ ਵੀ ਬਦਲਦਾ, ਉਹ ਬੜੇ ਆਪਣੇ ਭੇਖ ਕਰਦਾ ਹੁੰਦਾ। ਪਾਤਸ਼ਾਹ ਕਹਿੰਦੇ ਨਿਵਲ ਭੁਅੰਗਮ ਸਾਧੇ, ਬੜੇ ਮਤਲਬ ਕਿ ਆਸਣ ਲਾ ਲਾ ਕੇ ਬੜੀ ਕੋਸ਼ਿਸ਼ ਕੀਤੀ ਮਾਲਕ ਨੂੰ ਮਿਲਣ ਦੀ। ਪਾਤਸ਼ਾਹ ਕਹਿੰਦੇ ਨਹੀਂ, ਕੁਝ ਨਹੀਂ ਬਣਿਆ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪਰ ਕਹਿੰਦੇ ਹੋਇਆ ਕਿ ਕੁਛ ਨਹੀਂ ਹੋਇਆ। ਕਰਨਾ ਕੀ ਚਾਹੁੰਦਾ ਸੀ, ਕਰਨਾ ਕੀ ਚਾਹੀਦਾ ਸੀ? ਕਰਨਾ ਇਹ ਚਾਹੀਦਾ ਸੀ ਜਿਹੜੇ 5 ਚੋਰ ਸਾਡੇ ਅੰਦਰ ਵਿਰਾਜਮਾਨ ਨੇ, ਜਿਨ੍ਹਾਂ ਦੀ ਮਨ ਦੇ ਨਾਲ ਦੋਸਤੀ ਹੋ ਗਈ, ਉਹਨਾਂ ਦੀ ਦੋਸਤੀ ਤੋੜਨੀ ਸੀ। ਉਹਨਾਂ ਦੇ ਚੁਗਲ 'ਚੋਂ ਮਨ ਬੱਚੇ ਨੂੰ ਕੱਢਣਾ ਸੀ, ਉਹਨਾਂ ਦੀ ਦੋਸਤੀ ਖਤਮ ਕਰਨੀ ਸੀ, ਉਹਨਾਂ ਦੇ ਨਾਲੋਂ ਖਹਿੜਾ ਛਡਾਉਣਾ ਸੀ, ਉਹਨਾਂ ਦੇ ਨਾਲੋਂ ਸੰਗ ਤੋੜਨਾ ਸੀ। ਪਾਤਸ਼ਾਹ ਕਹਿੰਦੇ ਉਹ ਛੁੱਟਿਆ ਨਹੀਂ, ਸੰਗ ਨਹੀਂ ਛੁੱਟਿਆ। 5 ਜਨਾਂ ਸਿਓ ਸੰਗ ਨਾ ਛੁੱਟਿਓ। ਕਹਿੰਦੇ ਜਿਹੜੇ ਉਹ 5 ਜਣੇ ਅੰਦਰ ਸਾਡੇ ਚੋਰ ਬੈਠੇ ਐ, ਉਹਨਾਂ ਦੇ ਨਾਲ ਤੇ ਸੰਗ ਤੇਰਾ ਛੁੱਟਿਆ ਨਹੀਂ। ਕੀ ਫਾਇਦਾ ਹੋਇਆ ਤੇਰੇ ਪਾਠ ਪੜ੍ਹਿਆਂ ਦਾ? ਕੀ ਫਾਇਦਾ ਹੋਇਆ ਤੇਰੇ ਆਸਣ ਲਾਇਆਂ ਦਾ? ਕੋਈ ਫਾਇਦਾ ਨਹੀਂ ਹੋਇਆ। ਜੇ ਕੋਈ ਅੱਜ ਸਾਡਾ ਦੁਸ਼ਮਣ ਹੈ ਨਾ ਗੁਰਮੁਖੋ, ਇਸ ਜੱਗ ਦੇ ਵਿੱਚ, ਮਾਤ ਲੋਕ ਦੇ ਵਿੱਚ, ਸਾਡੇ ਬਾਹਰਲੇ ਦੁਸ਼ਮਣ ਨਹੀਂ, ਬਾਹਰ ਸਾਡਾ ਕੋਈ ਦੁਸ਼ਮਣ ਨਹੀਂ। ਬਾਹਰ ਜਿਹਨੂੰ ਅਸੀਂ ਆਪਣਾ ਦੁਸ਼ਮਣ ਸਮਝਦੇ ਹਾਂ, ਉਹ ਪਤਾ ਨਹੀਂ ਉਸ ਦੇ ਕੋਲੇ 15 ਮਿੰਟ ਘੰਟੇ ਦੀ ਸਵਾਸ ਹੈਗੇ ਜਾਂ ਨਹੀਂ ਹੈਗੇ, ਜਾਂ ਆਪਣੇ ਕੋਲ ਪਤਾ ਨਹੀਂ ਹੈਗੇ ਜਾਂ ਨਹੀਂ ਹੈਗੇ। ਉਸ ਨੂੰ ਵੱਡਾ ਦੁਸ਼ਮਣ ਨਾ ਸਮਝੋ। ਜਿਹੜਾ ਕੋਈ ਬਾਹਰ ਆਪਾਂ ਨੂੰ ਦੁਸ਼ਮਣ ਮਹਿਸੂਸ ਹੁੰਦਾ ਹੈ, ਉਹ ਦੁਸ਼ਮਣ ਨਹੀਂ ਸਾਡਾ। ਸਾਡਾ ਦੁਸ਼ਮਣ ਕੌਣ ਹੈ? ਸਾਡਾ ਦੁਸ਼ਮਣ ਸਾਡੇ ਇਸ ਕਾਇਆਂ ਦੇ ਅੰਦਰ ਜਿਹੜੇ ਚੋਰ ਵਸਦੇ ਹੈ, ਉਹ ਸਾਡੇ ਦੁਸ਼ਮਣ ਨੇ। ਉਹ ਇਸ ਮਨ ਬੱਚੇ ਨੂੰ ਸਿੱਧੇ ਰਸਤੇ 'ਤੇ ਨਹੀਂ ਲੱਗਣ ਦਿੰਦੇ। ਜਿਹੜਾ ਮਨ ਬੱਚਾ ਕਹਿੰਦੇ ਆ ਜਿਹਨੂੰ ਅਸੀਂ, ਉਹ ਮਨ ਬੱਚੇ ਨੂੰ, ਜਿੱਦਾਂ ਭਾਵ ਅਸੀਂ ਆਪਣਾ ਬੱਚਾ ਮੰਨ ਲਈਏ। ਸਾਡਾ ਬੱਚਾ ਸਕੂਲ ਜਾਂਦਾ ਹੈ, ਸਾਡੇ ਬੱਚੇ ਦੀ ਗਲਤ ਆਦਤ, ਗਲਤ ਬੰਦਿਆਂ ਦੇ ਨਾਲ ਦੋਸਤੀ ਹੋ ਗਈ, ਸੰਗ ਹੋ ਗਿਆ। ਅਸੀਂ ਬੜੀ ਕੋਸ਼ਿਸ਼ ਕਰਦੇ ਹਾਂ ਕਿ ਜੇ ਕਿਸੇ ਨਾ ਕਿਸੇ ਤਰੀਕੇ ਨਾਲ ਮੇਰੇ ਬੱਚੇ ਦਾ ਇਹਨਾਂ ਦੁਸ਼ਮਣਾਂ ਦੇ ਨਾਲੋਂ, ਇਹਨਾਂ ਫਲਾਣੇ ਬੱਚਿਆਂ ਦੇ ਨਾਲੋਂ ਸੰਗ ਛੁੱਟ ਜਾਵੇ ਤੇ ਮੇਰਾ ਬੱਚਾ ਪੜ੍ਹਾਈ ਕਰ ਸਕਦਾ, ਮੇਰਾ ਬੱਚਾ ਸਿੱਧੀ ਲਾਈਨ 'ਤੇ ਆ ਸਕਦਾ, ਮੇਰਾ ਬੱਚਾ ਨਸ਼ਿਆਂ ਤੋਂ ਬਚ ਸਕਦਾ। ਆਪਾਂ ਦ੍ਰਿਸ਼ਟਮਾਨ ਮਾਤਾ ਪਿਤਾ ਫਿਕਰ ਕਰਦੇ ਹਾਂ, ਇੱਦਾਂ ਹੀ ਸਾਡੇ ਪਿਤਾ ਵੀ ਸਾਨੂੰ ਫਿਕਰ ਕਰਦੇ ਆ। ਉਹ ਸਾਨੂੰ ਬੱਚਾ ਕਹਿੰਦੇ ਆ, ਆਪਾਂ ਉਹਦੇ ਬੱਚੇ ਆ। ਬੇਸ਼ੱਕ ਉਮਰ ਸਾਡੀ 50 ਸਾਲ ਹੋ ਜੇ, 70 ਹੋ ਜੇ, 100 ਹੋ ਜੇ, ਪਰ ਆਪਣੇ ਪਿਤਾ ਦੇ ਆਪਾਂ ਬੱਚੇ ਆ। ਹੁਣ ਇਸੇ ਤਰੀਕੇ ਨਾਲ ਆਪਣਾ ਪਿਤਾ ਵੀ ਕਹਿੰਦਾ, ਜੇ ਮੇਰੇ ਬੱਚੇ ਦਾ ਇਹਨਾਂ 5 ਦੇ ਨਾਲੋਂ ਸੰਗ ਛੁੱਟ ਜਾਵੇ, ਇਹ ਆਪਣੇ ਘਰ ਆ ਜਾਵੇ, ਇਹ ਆਪਣੇ ਘਰ ਆ ਜਾਵੇ। ਇਸ ਨੂੰ ਤੇ ਮੁੱਦਤਾਂ ਹੋ ਗਈਆਂ ਘਰੋਂ ਗਏ ਨੂੰ, ਇਸ ਨੂੰ ਤੇ ਮੁੱਦਤਾਂ ਹੋ ਗਈਆਂ। ਜੇ ਸੰਗ ਛੁੱਟੇ ਇਹਨਾਂ ਚੋਰਾਂ ਦੇ ਨਾਲੋਂ ਤਾਂ ਮੇਰਾ ਬੱਚਾ ਮੇਰੇ ਘਰ ਆ ਸਕਦਾ ਹੈ। ਇਸੇ ਲਈ ਪਾਤਸ਼ਾਹ ਨੇ ਆਖਿਆ ਕਿ ਪੁੱਤਰ ਤੂੰ ਉਹਨਾਂ ਤੋਂ ਪਾਸਾ ਵੱਟ, ਤੂੰ ਉਹਨਾਂ ਤੋਂ ਪਾਸਾ ਵੱਟ ਕੇ ਸਿਰਫ ਇੱਕ ਕਦਮ ਚੁੱਕ ਲੈ, ਬਸ ਇੱਕ ਕਦਮ। ਮੈਨੂੰ ਇੰਨਾ ਮਹਿਸੂਸ ਹੋ ਜਾਵੇ ਕਿ ਤੂੰ ਉਹਨਾਂ ਦਾ ਸੰਗ ਛੱਡਣਾ ਚਾਹੁੰਦਾ, ਤੂੰ ਉਹਨਾਂ ਦਾ ਸੰਗ ਛੱਡਣਾ ਚਾਹੁੰਦਾ। ਮੈਨੂੰ ਮਹਿਸੂਸ ਹੋ ਗਿਆ ਮੈਂ ਤੈਨੂੰ ਕਰੋੜਾਂ ਕਦਮ ਚੱਲ ਕੇ ਲੈਣ ਦੇ ਲਈ ਆ ਜਾਵਾਂਗਾ। ਤਾਂ ਆਖਿਆ ਸੀ ਗੁਰਮੁਖੋ, ਪਿਤਾ ਦਾ ਮਨ ਤੜਫਦਾ ਆਪਣੇ ਬੱਚਿਆਂ ਦੇ ਵਿਰਾਗ ਦੇ ਲਈ, ਤੜਫਦਾ ਪਿਤਾ ਦਾ ਮਨ। ਇਸੇ ਲਈ ਪਿਤਾ ਕਹਿ ਰਹੇ ਸੀ,
कि ना इन्हां पंजां दे नालों तू संग छडा लै। ये कहानी अपनी है, ये होर नहीं किसी दी। इत्थे फिर पातशाह गुरबाणी च कहिंदे है, पंच जना स्यों संग ना छुटक्यो, अधिक अहो बुंद वादे। अनेक अह बुद्ध वादे, अनेकां तरह दियां बुद्ध तरीके नाल अजमा के देख लई, वरत के देख लई, पर उन्हां दे नालों संग नहीं छुटे। फिर पातशाह कहंदे, ओ भलिया, ओ तू समझ जा, अजे भी समझ जा, तू इस तरीके दे नाल तू भवजल नूं पार नहीं कर सकदा। इस तरीके दे नाल तू मैनू मिल नहीं सकदा। क्यों? क्योंकि तेरे एक कदम पुट्टण दे विच सच्चाई नहीं दिखेगी। मैनू जिन्नी देर सच्चाई नहीं दिखेगी, मैं तैनू लैण नहीं आवांगा। जिन्नी देर तैनू मैं लैण नहीं आवांगा, उन्नी देर अपना मिलन नहीं हो सकदा। उन्नी देर मिलन नहीं हो सकदा। होर बेशक तू जिन्ने मर्जी कर्म कर लै, यह जे होर पता नहीं किन्ने का आसन ला लै, तू जिन्ने मर्जी पाठ पढ़ लै, जिन्ने मर्जी तू वेद विचार लै, पातशाह कहंदे ये गल नहीं बननी, पुत्र अपना मिलाप नहीं होना। इत्थे पातशाह कह रहे है, प्यारे इन विध मिलन ना जाई। कहंदे ये विधियां दे नाल, वो जिहड़ियां विधियां तू अपनाउणे, पहलां भी कई बार हार चुके आ तू इन्हां विधियां दे विच। प्यारे इन विध मिलन न जाई, मैं किए कर्म अनेकां। बड़े कर्म करके देख ले, बड़े कर्म करके देख ले, नहीं मिलिया जाना, नहीं मिलिया जाना। जिन्नी देर असी वो एक कदम नहीं पुट्टण सकते। हुण जिहड़ा वो एक कदम आखे है ना पुट्टण दे लई, उस दे विचों सब तो पहला सोचना होएगा कि मैं वो किवें संग छड्डां इन्हां दा। मैं वो कदम फेर ही पुट्टिया जाएगा ना जे संग छुटेगा। संग किवें छुट्टां? सब तो बड़ा दुश्मन कौन है मेरा? मैं उस दे नालों कुछ दूरी बनावां, मैं उस दे नालों कुछ दूरी बनावां। वो है गुरमुख प्यारिओ हउमे, वो है हउमे। असी हउमे दे नालों जिन्नी देर दूरी नहीं बनाउंदे, उन्नी देर मेरा मालक साडे कोले आउंदा नहीं। उन्नी देर मालक उदों आएगा जदों साडे अंदर नाम वस गया। फिर पिता नूं पता लगेगा कि हाँ हुण मेरा बच्चा ये कदम पुट रहा है। कदों? जदों साडे अंदर नाम वस गया। पर नाम उन्नी देर नहीं वसदा जिन्नी देर साडे अंदर हउमे है। कह दिता मेरे शहनशाह ने गुरबाणी दे विच, हउमे नावे नाल विरोध है। कहंदे हउमे दा ते नाम दा विरोध है। वो भलिया, हउमे नावे नाल विरोध है, दोए ना बसें एक ठाएं। वो छोटा जिहड़ा घर है तेरा, इस दे विच वो दो नहीं बस सकदे। आपां नूं लोड़ है गुरमुख प्यारिओ नाम नूं वसाउण दी। नाम उदों वसेगा, नाम उदों वसेगा जदों आपां शरण दे विच चले जावांगे। जदों आपां शरण दे विच चले जावांगे, जदों शरण दे विच चले जावांगे ना, फिर ही पंज दूत खैड़ा छड्डणगे, फिर ही हउमे खैड़ा छड्डेगी, फिर ही गुरमुख प्यारिओ अपना मिलाप हो सकदा। आखिरकार इत्थे मन बच्चा कह रहा है कि मैं हुण हंब गया, मैं हार गया। हुण मैं हार गया। हुण हार के मैनू उस मालक दे द्वारे ते जाना पएगा। हार के उस मालक दे द्वारे ते जाना पएगा। पातशाह गुरबाणी च समझाउंदे है, हार परियो स्वामी कै द्वारे। हार के फिर पै गया उहदे दर दे उत्ते जाके, हार परियो स्वामी कै द्वारे, दीजै बुध बवेका।
मेरे मालका तैं मेरी बुद्ध विवेक कर दिती, तैं मेरी बुद्ध विवेक कर दिती। मैं आखिरकार मेरे मालिक दे द्वारे ते जाके ढह पिया मैं द्वारे ते जाके। कदों? जदों मेरी बुद्ध विवेक हो गई। पर असी अपने अंदर झाती मार के देखिए कि साडी विवेक हो गई, साडी हो गई। जे साडी विवेक नहीं हुई, गुरमुख प्यारिओ, सानू भी भरोसा करना पैना, सानू भी विश्वास करना पैना, सानू भी कोशिश करनी पैनी है कि साडी बुद्ध किदां विवेक होए। साडी बुद्ध विवेक तां होएगी जदों साडे अंदर नाम वस जाएगा। नाम साडे अंदर उदों वसेगा जदों साडे अंदर हौमे चली जाएगी। हौमे नूं भजाउण दी एको एक जुगती है, एको एक जुगती है। वो किहड़ी है? वो है गुरु दा मंत्र, वो है गुरु दा मंत्र। गुरु दे मंत्र तो बगैर गुरमुख प्यारिओ ये हौमे नहीं जाने, ये हौमे दूर नहीं होने। अते जिन्नी देर हौमे दूर नहीं हुंदी, अपना मिलाप नहीं होना, अपना मिलाप नहीं होना। हुण क्यों नहीं मिलाप होना? मिलाप ना होने का एक होर कारण भी है, वो भी देख लीए। आपां उह ते भी 5-4 मिनट विचार कर लईए। जिहड़ा दूजा कारण है, दूजा कारण है गुरमुख प्यारिओ, जिहड़ा मालिक दा साईं दा द्वारा है, वो अति पवित्र है, पवित्र है, पवित्र है। उसे नूं पनीत 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 कह रहे हैं। वो पवित्र है द्वारा। उस द्वारे ते जाण दे लई सानू भी पवित्र होना पएगा, सानू भी निर्मल होना पएगा जे असी उस द्वारे ते जाना चाहुंदे हां। पर इत्थे ध्यान रख लियो, इत्थे ध्यान रख लियो, असी साडे अंदर ये पहलां भी कई गुरमुखां ने विचारां कीतियां ने, बहुत ने ये गल्लां दसियां ने, पर असी उस दा उल्टा अर्थ की ला लैने आ। असी इस तन नूं शुद्ध करना शुरू कर दिंदे आ। तन नूं हथ धो के जो कुछ करना है, हथ धो के करना है। जो पानी पीना है, गिलास मांज के पीना है। टूटी दे हथ लाउणा है, टूटी नूं मांज के पीना है। ओ भलिया, ओ जिहदी तूं ठीक है सुचमता रखनी चाहिदी है, सुचमता जरूरी है, पर अपनी गल ते चली सी मालिक नूं मिलण दी। पातशाह कहंदे मैं उन्हां नूं सुच्चे नहीं कह सकदा जिन्हां ने अंदरों अपने मन नूं साफ नहीं कीता। जिहड़े तन नूं साफ करन तक सीमित रह गए, मैं उन्हां नूं साफ जां सुच्चे नहीं कह सकदा। सुच्चे मैं उन्हां नूं आखूंगा जिहड़ी चीज़ मालिक दे द्वारे ते जानी है, जदों वो चीज़ पवित्र हो गई। हुण मालिक दे द्वारे ते तन ने जाना ही नहीं गुरमुख प्यारिओ। पर हुण अद्धे वीरां ने कह देना कि नहीं वीर जी, गुरु घर भी मालिक दा द्वारा है, उत्थे ते तन जांदा है, उत्थे ते तन जांदा है। दृष्टमान दे रूप दे विच गुरु घर गुरु दा द्वारा है, उत्थे तन जांदा है। मन लवांगे, मनना पएगा, मनना पएगा। पर फैसले कित्थे होने हैं, लेखा जोखा कित्थे होना है? गल ते उत्थों दी चलदी है गुरमुख प्यारिओ। साडा गुरु घर साडा सकूल है, सकूल है। असी उस गुरु घर दे विच जाके असी साडे गुरु दे गुण सीखने सी, फिर अपने गुरु वाले गुण अपने अंदर धारण करने सी। कह दिता मेरे शहनशाह ने गुरबाणी दे विच, सत संगत
सतगुर चटसाल है, जिहड़ी सत संगत है। सत संगत सतगुर चटसाल है, जित हर गुण सिखां। उत्थे हरि दे गुण सिखे जांदे आ। जित हर गुण सिखां, वो हरि दे गुण सीखने सी उत्थे जाके भलिया, वो भी नहीं सीखे। वो सीख के वो गुण फिर अपने अंदर धारण करने सी। पहला तो असी हरि दे गुण ही नहीं सीखे, जे कोई सीख लिया तो असी अपने अंदर नहीं बसाया, अपने अंदर नहीं लैके गए। हुण गल करनी सी अंदर दी। गल जिहड़ी मैल लगी है वो साडे तन नूं नहीं लगी। तन दा ते असी रोज़ इशनान कराउने आ, मैल ते उहनूं लगी जिहदा जुगां तो इशनान ही नहीं करवाया। जिहदा जुगां तो इशनान नहीं करवाया वो है साडा मन। पातशाह कह रहे हैं गुरबाणी च, कहंदे ये तरीकिਆਂ दे नाल वो तेरे मन दी मैल नहीं उतरनी, नहीं उतरनी तेरे मन दी मैल। पातशाह गुरबाणी च समझाउंदा करदे है, मन की मैल ना उतरे इन विद, एह विद। की कह रही है पातशाह, मन की मैल ना उतरे एह विद। हुण दसो की आखे मेरा पातशाह, होर किद्दां कहावांगे आपां। कह दिता पातशाह ने, मन की मैल ना उतरे एह विद, जे लख जतन कराई। जे लखां जतन भी कर लेना तू, एक दो जतन की गल नहीं आखी, 100-200 की गल दी आखी, हज़ारां की गल नहीं आखी पातशाह ने। पातशाह ते कहंदे जे लखां जतन भी करेगा, ये अपनियां विधियां दे नाल इस तरीके नाल तेरे मन की मैल नहीं उतर सकती। मन की मैल न उतरे एह विद, जे लख जतन कराए। कहंदे लखां जतन कर ले, तेरे मन की मैल नहीं उतरनी। मैल ते मन नूं लगी है। हुण मन की मैल लाउण दे लई गुरमुख प्यारिओ, जिन्नी देर असी मुੱਢ तो नहीं चलदे, जिन्नी देर जुगत दे नाल नहीं चलदे, उन्नी देर आपां मन नूं ऊजल नहीं कर सकदे। जिन्नी देर मन ऊजल नहीं हुंदा, उन्नी देर उस द्वारे दे नेड़े नहीं लगण दिता जाएगा, सानूं नहीं दिता जाएगा। बेशक असी लखां जतन कर लीए, पातशाह ने गुरबाणी दे विच कह दिता। हुण जतन की करना सी, हुण हीला की करना सी, हुण वसीला की करना सी। वसीला ये करिए, मन लो साडे कोले कोई कपड़ा है, असी किसी कपड़े नूं साफ करना चाहुंदे आ। असी कपड़े नूं साफ करना चाहुंदे आ, साफ करके असी उस नूं तार ते सुकना पा दिंदे आ। जिस तार ते असी धो के कपड़ा पाया वो वेखिया नहीं, वो तार ते पहलां ही मैली है। अते होर जो उस तार जिथों वज्जी है, जिथे असी कपड़ा पाया, उत्थे ते आले ते दाले कोले दियां कोठियां ने, कोले दियां। कोले दी धूड़ उड़दी है, उस चिट्टे कपड़े ते आके पै जांदी है। वो जिन्ना क असी धोता सी, उस तो दुगना होर मैला हो गया, होर मैला हो गया। की असी इस तरीके नाल उस कपड़े नूं उजल कर सकते हैं? नहीं कर सकते। जिन्नी देर असी उस कपड़े ते लगन वाली मैल नूं नहीं रोकते, मैल दा इंतजाम नहीं करते कि ये मैल कित्थों आउंदी है, ये कालख कित्थों आउंदी है, मैं किवें इस कालख तो इस कपड़े नूं बचा सकदा, उन्नी देर गुरमुख प्यारिओ वो कपड़ा उजल नहीं होएगा। इस तरीके नाल साडा मन है। असी मन नूं तीर्थां ते लिजा के धोण दी कोशिश करते हैं, साफ करन दी कोशिश करते हैं, पर ज्यों ही असी तीर्थ जाण दे लई घर तो पैर पुट्टिया, असी परहेज नहीं कीता, असी परहेज नहीं कीता, असी उस कोले दी राख नूं
चुक चुक के उड़ाउणा शुरू कर दिता। वो उड़दी धूड़ कोले दी मन दे उत्ते पैनी शुरू हो गई। किहड़ी धूल? हुण संगत ने कहना वीर जी असी ते कोई धूल नहीं उड़ाई, असी ते साफ सुथरी गड्डी दे विच गए सी, शीशे भी बंद सी गड्डी दे, साडे ते तुसी किद्दां बलेम कर सकदे हो? नहीं सी। याद रखियो गुरमुख प्यारिओ, उस धूल दा ते इस धूल दा अंतर है। वो एक समझाउण दा तरीका सी। जिहड़ी ये धूल साडे मन नूं लगदी है, ये धूल है निंदिया दी, चुगली दी, बैर दी, विरोध दी, हौमे दी। असी ते उदां ही दुखी होए हां। असी एक तीर्थ बस दे उत्ते एक बस ते यात्रा कर रहे हैं। उस दे अगले पासे ते 4 ही सीटां ने, 5 सीटां ने, उन्हां ते 5 ही सवारियां बैठणियां सी। असी ते उस दे विचली उस दे लई ही सारी राह सारे रस्ते दे विच उलझदे रहे। मैं क्यों नहीं अगली सीट ते बैठिया? वो प्रधान बन के अगली सीट ते बह गया। उसने किहड़ा ज़्यादा पैसे देने सी, मैं भी तो उन्ने पैसे दिते सी। मैं औखा पिछे बैठा, मैनू बस चुक चुक के मारती है। नाले कुछ बोलिया नहीं, कह के नहीं सुनाया, पर आपदे मन दे अंदर सिरे तक ये तड़फना लाउंदा गया। सिरे तक उन अगले 4 बंदियां नू मन दे विच विरोध करदा रहा। हुण जेड़ा घट घट के अंतर की जानत वाला है, वो तेरे अंदर बैठा है, वो तेरे अंदर दी गल नूं पढ़ रहा है। हुण दसो ये मन नूं मैल लग रही है? नहीं। उस तो अलावा छड्डो, असी रस्ते दे विच 2-4 बंदे इकट्ठे हुन्ने आ जिन्हां दे नाल साडी मत मिलदी है। जेड़ा सानूं कोई भी जीव चंगा लगदा है, जिहदे नाल साडे विचार मिलदे है, असी उस दी उस्तत करनी शुरू कर दिन्ने आ, असी उस दी वडियाई करनी शुरू कर दिन्ने आ। जदों कि हक ते ये बनदा सी, तो वडियाई उस दी कर जेड़ा तैनू सुआस दे के जिंदा रख रहा है, जेड़े ने तैनू इन्ना सोहना संढोल शरीर दिता, ये नेत्र दिते, ये कन दिते, पैर दिते, तू उस दी सिफत ते सुलाह कर। पर असी किसी थर्ड परसन की सिफत सलाह करते रहे, वडियाई करते रहे। फिर गल आ गई दूजे पासे, जिहदे नाल साडी नहीं बनदी, वो साडे नेत्रां दे सामने आ गया, उस दी असी निंदिया करनी शुरू कर दिती। हुण कुछ सुआस असी निंदिया ते उत्ते खर्च कर दिते, कुछ सुआस असी वडियाई ते खर्च कर दिते। हुण गुरमुख प्यारिओ ध्यान दिओ कि असी मालिक दे लई की कीता? मालिक दे लई की कीता? कुछ निंदिया कीती ते कुछ उस्तत कीती। हुण साहिबां नूं पुछ लैने आ, मेरे साहिबां तुसीं समझाउणा करो कि मैं ये दोनों काम ठीक कीते आ, ये ठीक कीते आ दोनों। साहिबां कहंदे नहीं, तू दोनों काम ठीक नहीं कीते। हुण इत्थे संगत ने कह देना कि वीर जी जे कोई वडियाई दे लायक है, जे उस्तत करन दे लायक है, उहदी ते करनी चाहिदी है। जे कोई माड़ा है, माड़े नूं माड़ा कह दिता तां की गुनाह हो गया? कहना संगत ने हैगे इदां दे समझाउण वाले, बैठे इदां दी एग्जाम्पलां देण वाले कि माड़े नूं माड़ा कह दिता, की गुनाह हो गया? गुरमुख प्यारिओ इत्थे चेंजिंग आ गई। इत्थे फर्क देखो, असी संसार दे उत्ते आए की करना। जे ते असी अपने उस मनोरथ नूं समझ गए कि असी आए की करना जग दे उत्ते, फिर ते तुहानू अपने आप पता लग जाना है कि ये दोनों चीज़ां माड़ियां ने। जे असी इत्थे आउण दा अपना मनोरथ नहीं ना समझिया, इत्थे आउण दा मनोरथ नहीं जे समझिया गुरमुख प्यारिओ आपां ने, फिर सानू सच लगेगा
कि चंगे बंदे नूं चंगा कहना कोई पाप नहीं, बुरे नूं बुरा कहना कोई पाप नहीं। फिर तुहानूं ठीक लगेगा, फिर तुसीं सच्चे हो। किन्नी देर? जिन्नी देर इस जग दे उत्ते आउण दा मनोरथ नहीं समझदे। जदों इत्थे आउण दा मनोरथ समझ गए, फिर तुसीं भी अपने आप कह देना कि मेरे साहिबां ते सच ही कह रहे सी, सच ही कह रहे सी। ना तो मैनू उसने कुछ देना जिस दी मैं निंदिया करदा, ना मैनू उसने कुछ देना जिस दी मैं वडियाई करदा। मैनू तो जो कुछ देना है मेरे साहिबा ने देना है, मेरे साईं ने देना है। स्वास्ते मैनू वो दे के जिंदा रख रहा है। फिर इत्थे जदों समझ आ गई, मेरे साहिबा ने गुरबाणी दे विच दर्ज कर दिता। पातशाह कह रहे है, उस्तत निंदा दोहें त्यागो। कहते दोनों नूं त्याग दे, उस्तत निंदा दोहें त्यागो। हुण की आखे? जिस नूं सीस नवाउने हो जाके, जिस नूं गुरु कहने हो, उस दी गल मनोगे जां इन्हां दुनिया दी गल मनोगे? फैसला हुण तुहाडे हत्थ दे विच है। चाचे ताए मामे मित्र दी गल मनोगे, ਜਿਹੜੇ ਕਹਿੰਦੇ ਆ कि चंगी गल नूं चंगे नूं चंगा कहना, माड़े नूं माड़ा कहना साडा फर्ज है। पर साडा गुरु कहंदा है तू दोनों चीज़ां छड्ड दे। तू की लैना चंगे कोलों, तू की लैना माड़े कोलों? जो कुछ लैना है तू उस अकाल पुरख वाहिगुरू कोलों लैना है। तू जिहड़े सवास उन्हां दे लई खर्च कर रहे हैं, तेरे कोल हो सकदा है यही 4 सवास बचे होण, यही तेरे सवास लास्ट बन जाण। फिर लास्ट सवास दे उत्ते जिस चीज़ नूं तू याद करेंगा, तैनूं अगला उधर नूं भेज देना है। अगला जन्म तेरा उस दे उत्ते आधारित हो जाना है। हुण फैसला संगत दे अपने हत्थ दे विच है, दास नूं कहण दी लोड़ नहीं। हुण जिहड़े जीव चाहुंदे है कि असीं अपने मन दी मैल नूं उतार लईए, असीं अपने मन दी मैल नूं उतार लईए, उन्हां ने छड्ड देनी है निंदिया, छड्ड देनी है चुगली, वैर ते विरोध ते ईरखा, छड्ड देना सारा कुछ। अते आपां ने भी अपने मन दे अंदर यही फैसला करना है। जे ते गुरमुख प्यारिओ असी ये गल सुन के प्रवान कर लई, मन लई, फिर तो साडा सतसंग कीते दा फायदा है। फिर साडा जिहड़ा घंटा असी बैठे हाँ, काम भी छड्डिया, काम भी छड्डिया अते खर्च भी कर रहे हाँ, नैट वरत रहे हाँ। अते जे असी कुछ पल्ले ना पाया ना, फिर साडा कोई फायदा नहीं, कोई फायदा नहीं। करी जाओ बेशक ऐदा संगतां, एक नहीं रोज़ ऐदां दियां 10 संगतां होर करो, 10 ग्रुपां ते होर जाओ, घुमदे रहो घमाउंदे रहो, पर पल्ले नहीं पैना। उन्हां दे विच आ जांगे। मैं कीए कर्म अनेकां, अनेकां कर्म करदे रहो। पर जे समझ लग गई तो छड्ड दिओ, भजना छड्ड दिओ, नठना। सारा ज्ञान इक्को ही ज्ञान है। बस इसे गल नूं स्वीकार कर लो कि असी ते साडे मन दी मैल उतारनी है। किवें उतरेगी वो गुरु नूं पुछ लैने आ कि पातशाह साडे बच्चे कहंदे आ असी मन दी मैल उतारनी है, किद्दां उतरेगी? फिर पातशाह गुरबाणी च दसदे है। पातशाह कहंदे तू सिमरन कर, सिमरन करके तेरे मन दी मैल चली जाएगी। गुरबाणी गुरु दा फरमान है, प्रभ सिमरत मन की मल जाए। जे उसका सिमरन करेंगा तां तेरे मन दी मैल चली जाएगी, मन उजल हो जाएगा। जदों मन उजल हो गया, इस नूं सचखंड जाण दी परमिशन मिल जानी है। ये भी ध्यान रखियो कि मन दी एक पासे मैल उतार दे रहीए
ਤੇ ਦੂਜਾ ਅਸੀਂ ਉਹ ਕੋਲਿਆਂ ਦੀ ਕੋਠੜੀ ਕੋਲ ਸੁੱਕਣਾ ਪਾਉਂਦੇ ਰਹੀਏ ਕੱਪੜੇ ਵਾਲੀ ਗੱਲ ਕਿ ਫੇਰ ਨਾ ਦੁਬਾਰਾ ਲੱਗ ਜਾਵੇ। ਇਹ ਵੀ ਧਿਆਨ ਰੱਖਿਓ ਦੁਬਾਰਾ ਨਾ ਲੱਗੇ। ਦੁਬਾਰਾ ਸਾਨੂੰ ਮੈਲ ਕਾਹਦੀ ਲੱਗਦੀ ਹੈ? ਨਿੰਦਿਆ, ਵੈਰ, ਵਿਰੋਧ, ਈਰਖਾ, ਅੰਦਰ ਹੀ ਸਾੜਾ, ਕਿਸੇ ਦੇ ਸੁੱਖਾਂ ਨੂੰ ਦੇਖ ਕੇ ਸੜੀ ਜਾਣਾ। ਉਹ ਉਸਨੇ ਸੁੱਖ ਭਰਾਵਾ ਜੇ ਲਏ ਹੈ ਉਸ ਦੇ ਕਰਮ ਕੀਤੇ ਹੋਏ ਹੈ। ਉਹ ਚੰਗੇ ਕਰਮਾਂ ਦੇ ਆਧਾਰ 'ਤੇ ਸੁੱਖ ਲੈ ਰਿਹਾ, ਤੂੰ ਉਸ ਦੇ ਸੁੱਖਾਂ ਨੂੰ ਦੇਖ ਕੇ ਕਿਉਂ ਸੜਦਾ ਹੈ? ਤੂੰ ਆਪਣੇ ਜਨਮ ਨੂੰ ਕਿਉਂ ਖੱਡੇ 'ਚ ਪਾ ਰਿਹਾ ਹੈ? ਆਪਾਂ ਛੱਡ ਦਈਏ ਗੁਰਮੁਖ ਪਿਆਰਿਓ ਇਹ ਸਾਰੀਆਂ ਗੱਲਾਂ। ਬਸ ਇੱਕੋ ਗੱਲ ਕਹੀਏ, ਊਠਤ ਬੈਠਤ ਸੋਵਤ ਜਾਗਤ ਬਿਸਰ ਨਹੀਂ ਤੂੰ ਸਾਸ ਗਰਾਸਾ। ਬਸ ਸਵਾਸ ਤੇ ਗਰਾਸ, ਸਿਮਰਨ ਨੂੰ ਵਿਸਾਰ ਨਾ, ਇਹਨੂੰ ਭੁੱਲ ਨਾ। ਜੇ ਇਸ ਨੂੰ ਭੁੱਲੇਗਾ ਤਾਂ ਆਖਰਕਾਰ ਇੱਥੋਂ ਹਾਰ ਕੇ ਚਲਾ ਜਾਏਗਾ। ਜੇਕਰ ਇਸ ਨੂੰ ਯਾਦ ਰੱਖੇਗਾ ਤਾਂ ਜਿੱਤ ਕੇ ਚਲਾ ਜਾਏਗਾ। ਇਹ ਖੇਲ ਹੈ, ਆਪਾਂ ਖੇਲਣ ਦੇ ਲਈ ਇਸ ਜਗਤ ਦੇ ਉੱਤੇ ਆਏ ਹਾਂ। ਇਹ ਖੇਲ ਦਿਨ ਤੇ ਰਾਤ ਦਾ ਹੈ ਗੁਰਮੁਖ ਪਿਆਰਿਓ, ਦਿਨ ਤੇ ਰਾਤ ਦਾ ਖੇਲ ਹੈ। ਹੁਣ ਸਾਡੇ ਤੇ ਡਿਪੈਂਡ ਹੈ ਅਸੀਂ ਕੀ ਕਰਦੇ ਹਾਂ, ਅਸੀਂ ਕੀ ਕਰਦੇ ਹਾਂ। ਬਾਕੀ ਚੌਂਕੀਦਾਰ ਦਾ ਕੰਮ ਹੈ ਹੋਕਾ ਦੇਣਾ, ਜਾਗਦੇ ਰਹੋ, ਜਾਗਦੇ ਰਹੋ, ਜਾਗਦੇ ਰਹੋ। ਹੁਣ ਕੌਣ ਜਾਗਦਾ? ਜਿਹੜਾ ਜਾਗਦਾ ਉਹ ਆਪਣੇ ਘਰ ਨੂੰ ਬਚਾ ਲਏਗਾ। ਜਿਹੜਾ ਸੁਣ ਕੇ ਅਣਸੁਣਿਆ ਕਰ ਦਿੰਦਾ ਉਹ ਆਪਣੇ ਘਰ ਨੂੰ ਲਟਾ ਲਏਗਾ। ਹੁਣ ਫੈਸਲਾ ਆਪੋ ਆਪਣੇ ਹੱਥਾਂ ਦੇ ਵਿੱਚ ਹੈ ਗੁਰਮੁਖ ਪਿਆਰਿਓ। ਇੰਨੀ ਕੁ ਹਾਜ਼ਰੀ ਦਾਸ ਦੀ ਪ੍ਰਵਾਨ ਕਰਿਓ। ਵਿਚਾਰ ਕਰਦੇ ਹਾਂ, ਇੱਕ ਨਹੀਂ ਅਨੇਕਾਂ ਹੀ ਗਲਤੀਆਂ ਹੋ ਜਾਂਦੀਆਂ ਨੇ ਜਦੋਂ ਆਪਾਂ ਗੁਰਬਾਣੀ ਨੂੰ ਮੂੰਹ ਜ਼ੁਬਾਨੀ ਉਚਾਰਨ ਕਰਦੇ ਹਾਂ। ਬਹੁਤ ਗਲਤੀਆਂ ਹੋ ਜਾਂਦੀਆਂ ਨੇ, ਪਰ ਗਲਤੀ ਕਰਨ ਵਾਲਾ ਜੀਵ ਆਪਣੀ ਗਲਤੀ ਮੰਨ ਲਏ। ਗੁਰਬਾਣੀ ਗੁਰੂ ਅਤੇ ਆਪ ਰੱਬ ਰੂਪ ਸੰਗਤ ਬਖਸ਼ਣ ਯੋਗੋਂ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਦਾ ਹੀ ਰੂਪ ਸਾਧ ਸੰਗਤ ਜੀਓ, ਰਸ਼ਨਾ ਨੂੰ ਕਰੋ ਪਵਿੱਤਰ। ਗੱਜ ਵੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਜੰਮੂ, ਜੋ ਆਪਣੇ ਮੁਖਾਰਬਿੰਦ ਦੇ ਵਿੱਚੋਂ ਅੰਮ੍ਰਿਤਮਈ ਬਾਣੀ ਵਿਚਾਰ ਕਰਕੇ ਸੰਗਤਾਂ ਦੇ ਨਾਲ ਸੰਬੋਧਨ ਹੋਏ ਅਤੇ ਕੁਝ ਸਮੇਂ ਲਈ ਸੰਗਤਾਂ ਨੂੰ ਗੁਰਬਾਣੀ ਗੁਰੂ ਦਾ ਗਿਆਨ ਵੰਡਿਆ। ਬਹੁਤ ਹੀ ਧੰਨਵਾਦ ਇਹਨਾਂ ਗੁਰਮੁਖਾਂ ਦਾ। ਅਤੇ ਭਾਈ ਸਾਹਿਬ ਦੱਸ ਰਹੇ ਸੀ ਕਿ ਸਾਨੂੰ ਸੰਗਤ ਮਿਲੀ ਹੈ। ਸੰਗਤ ਦੇ ਵਿੱਚ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਸਿੱਖਣੇ ਆ ਗੁਰਮੁਖੋ। ਹਰ ਇੱਕ ਜੀਵ ਕੋਸ਼ਿਸ਼ ਪਹਿਲਾਂ ਵੀ ਕਰਦਾ ਸੀ, ਕੋਈ ਕਿਸੇ ਤਰੀਕੇ ਨਾਲ ਕਰਦਾ, ਕੋਈ ਕਿਸੇ ਤਰੀਕੇ ਨਾਲ ਕਰਦਾ, ਕੋਈ ਕਿਸੇ ਤਰੀਕੇ ਨਾਲ ਕਰਦਾ। ਇਹ ਚੀਜ਼ ਦੇ ਬਾਰੇ ਗੁਰਬਾਣੀ ਗੁਰੂ ਦੇ ਵਿੱਚ ਵੀ ਦਰਜ ਹੈ। ਪਾਤਸ਼ਾਹ ਵੀ ਇਹ ਤਰੀਕੇ ਦੱਸਦੇ ਹੈ। ਕਹਿੰਦੇ ਕਰਦੇ ਸੀ ਸਾਰੇ ਜੀਵ, ਬੜੀ ਹਾਰਡ ਤੋਂ ਹਾਰਡ ਤਪੱਸਿਆ ਵੀ ਕਰਦੇ ਸੀ, ਨੋਰਮਲ ਤਪੱਸਿਆ ਵੀ ਕਰਦੇ ਸੀ। ਪਰ ਗੁਰਮੁਖ ਪਿਆਰਿਓ, ਜਿੰਨੀ ਦੇਰ ਸਾਨੂੰ ਗੁਰੂ ਦਾ ਭੇਦ ਨਹੀਂ ਪਤਾ ਲੱਗਿਆ ਕਿ ਸਾਨੂੰ ਸਾਡਾ ਗੁਰੂ ਕੀ ਸਮਝਾਉਣਾ ਚਾਹੁੰਦਾ, ਸਾਡਾ ਗੁਰੂ ਭਗਤੀ ਦਾ ਮਾਰਗ ਕਿੱਦਾਂ ਦੱਸ ਰਿਹਾ, ਸਾਡਾ ਗੁਰੂ ਜੁਗਤੀ ਕੀ ਦੱਸ ਰਿਹਾ ਭਗਤੀ ਦੇ ਮਾਰਗ ਦੀ। ਦੇਖੋ ਇੱਕ ਗੱਲ ਤੇ ਸਾਫ਼ ਹੈ, ਇਸ ਦੁਨੀਆ 'ਤੇ ਕੋਈ ਵੀ ਕਾਰਿਆ ਕਰਨਾ ਹੋਵੇ ਉਸ ਦੀ ਜੁਗਤੀ ਜ਼ਰੂਰ ਹੁੰਦੀ ਹੈ। ਜੁਗਤੀ ਤੋਂ ਬਗੈਰ ਕੋਈ ਵੀ ਕਾਰਿਆ ਨਹੀਂ ਹੁੰਦਾ। ਹਰ ਇੱਕ ਕੰਮ ਜੁਗਤੀ ਦੇ ਨਾਲ। ਪਾਤਸ਼ਾਹ ਕਹਿੰਦੇ ਜੇ ਕਰੋਗੇ ਨਾ ਤੁਸੀਂ, ਕਹਿੰਦੇ ਉਹ ਬੜੇ ਸੌਖੇ ਅਤੇ ਸੁਖਾਲੇ ਹੋ ਜਾਂਦੇ ਆ। ਜੇ ਜੁਗਤੀ ਨਹੀਂ ਅਪਣਾਵਾਂਗੇ
ਤਾਂ ਉਹ ਕੰਮ ਬੜਾ ਮੁਸ਼ਕਲ ਹੈ। ਇੱਕ ਆਪਾਂ ਛੋਟਾ ਜਿਹਾ ਕੰਮ ਲੈ ਲਈਏ, ਇੱਕ ਆਪਾਂ ਸੂਈ ਦੇ ਵਿੱਚ ਧਾਗਾ ਪਾਉਣਾ, ਧਾਗਾ ਉਸ ਦੀ ਵੀ ਜੁਗਤੀ ਹੈ। ਜੇ ਉਸ ਧਾਗੇ ਨੂੰ ਮੂਹਰੇ ਤੋਂ ਤੋੜ ਕੇ ਥੋੜ੍ਹਾ ਜਿਹਾ ਆਮ ਜੀਵ ਕੀ ਕਰਦੇ ਆ, ਥੁੱਕ ਲਾ ਕੇ ਉਸ ਨੂੰ ਗਿੱਲਾ ਕਰ ਲੈਂਦੇ ਅਤੇ ਮੂਹਰੋਂ ਥੋੜ੍ਹਾ ਤਿੱਖਾ ਕਰ ਲੈਂਦੇ ਆ। ਜਦੋਂ ਫਿਰ ਉਸ ਨੂੰ ਸੂਈ ਦੇ ਨੱਕੇ ਦੇ ਵਿੱਚ ਪਾਉਂਦੇ ਆ, ਉਹ ਆਸਾਨੀ ਨਾਲ ਚਲਿਆ ਜਾਂਦਾ। ਜੇ ਆਹੀ ਜੁਗਤੀ ਨਾ ਅਪਣਾਇਆ ਜਾਵੇ, ਉਹ ਧਾਗੇ ਨੂੰ ਗਿੱਲਾ ਨਾ ਕੀਤਾ ਜਾਵੇ, ਮੂਹਰੋਂ ਕਲੋਜ਼ ਨਾ ਕੀਤਾ ਜਾਵੇ, ਤਾਂ ਉਹ ਧਾਗਾ ਕਦੇ ਸੂਈ ਦੇ ਨੱਕੇ ਦੇ ਵਿੱਚ ਨਹੀਂ ਪੈਂਦਾ। ਆਹ ਛੋਟੀ ਜਿਹੀ ਜੁਗਤੀ ਹੈ, ਸਿਰਫ ਉਸ ਨੂੰ ਗਿੱਲਾ ਕਰਕੇ ਮਰੋੜੀ ਦੇਣ ਦੀ। ਉਸੇ ਨਾਲ ਉਹ ਸਿੱਧਾ ਹੋ ਜਾਂਦਾ, ਪਤਲਾ ਹੋ ਜਾਂਦਾ ਅਤੇ ਉਹ ਸੂਈ ਦੇ ਨੱਕੇ ਦੇ ਵਿੱਚ ਚਲਾ ਜਾਂਦਾ। ਇਹ ਜੁਗਤੀ ਸੀ। ਇੱਦਾਂ ਮਾਲਕ ਨੂੰ ਮਿਲਣ ਦੀ ਵੀ ਜੁਗਤੀ ਹੈ। ਇਹ ਵੀ ਪਾਤਸ਼ਾਹ ਆਪਾਂ ਨੂੰ ਦੱਸ ਰਹੇ ਆ। ਗੁਰਬਾਣੀ ਦੇ ਵਿੱਚ ਜ਼ਿਆਦਾ ਕਰਕੇ ਮਾਲਕ ਦੇ ਨਾਮ ਵਾਹਿਗੁਰੂ ਅੱਲਾ ਗੌਡ ਦੇ ਜਿੱਥੇ ਅਨੇਕਾਂ ਨਾਮ ਦੱਸੇ ਹੈ, ਉੱਥੇ ਸੱਚ ਵੀ ਆਖਿਆ ਗਿਆ ਕਿ ਸੱਚ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ। ਸੱਚ ਦੇ ਨਾਮ ਨਾਲ ਗੁਰਬਾਣੀ ਦੇ ਵਿੱਚ ਸੋਧਨ ਕੀਤਾ ਹੈ। ਪਾਤਸ਼ਾਹ ਦੱਸਦੇ ਹੈ, ਸੱਚ ਤਾਂ ਪਰ ਜਾਣੀਐ ਜੇ ਜੁਗਤ ਜਾਣੈ ਜੀਓ। ਕਹਿੰਦੇ ਸੱਚ ਨੂੰ ਜਾਣ ਸਕਦੇ ਹਾਂ, ਪਰ ਜੇ ਜੀਵ ਉਸ ਜੁਗਤੀ ਨੂੰ ਜਾਣਦਾ, ਉਸ ਜੁਗਤੀ ਨੂੰ ਸਿੱਖਣ ਦੇ ਲਈ ਸਾਨੂੰ ਲੋੜ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ। ਜੇ ਅਸੀਂ ਆਪਣੇ ਗੁਰੂ ਕੋਲ ਆ ਕੇ ਆਪਣੇ ਗੁਰੂ ਕੋਲੋਂ ਜੁਗਤੀ ਨਹੀਂ ਸਿੱਖਾਂਗੇ, ਤਾਂ ਆਪਾਂ ਸੱਚ ਦੇ ਵਿੱਚ ਲੀਨ ਨਹੀਂ ਹੋ ਸਕਦੇ, ਨਹੀਂ ਹੋ ਸਕਦੇ। ਗੁਰਮੁਖ ਪਿਆਰੇ, ਇੱਥੇ ਪਾਤਸ਼ਾਹ ਕਹਿੰਦੇ ਹੈ, ਕਹਿੰਦੇ ਬੜੇ ਪਹਿਲਾਂ ਜੀਵਾਂ ਨੇ ਪਾਠ ਪੜ੍ਹੇ ਸੀ। ਆਪਣੇ ਵਿੱਚ ਵੀ ਸੰਗਤ ਕਹਿ ਰਹੀ ਹੈ, ਪਤਾ ਹੈ ਜਦੋਂ ਵਿਚਾਰ ਹੁੰਦੀ ਹੈ ਸੰਗਤਾਂ ਦੇ ਨਾਲ। ਇੱਕ ਕੱਲ੍ਹ ਹੀ ਕਿਸੇ ਭੈਣ ਦਾ ਮੈਸੇਜ ਆਇਆ ਸੀ, ਉਹ ਕਹਿੰਦੀ ਵੀਰ ਜੀ ਮੈਂ 35 ਪਾਠ ਜਪਜੀ ਸਾਹਿਬ ਦੇ ਕਰ ਦਿੰਦੀ ਹਾਂ ਅਤੇ 45 ਪਾਠ 40 ਤੋਂ 45 ਪਾਠ ਕਰਨ ਦੀ ਸ਼ਮਤਾ ਵੀ ਰੱਖਦੀ ਹਾਂ। ਮੈਂ ਹੋਰ ਵੀ 10 ਪਾਠ ਕਰ ਸਕਦੀ ਹਾਂ ਜੇ ਤੁਸੀਂ ਮੈਨੂੰ ਕਹੋ ਤਾਂ। ਪਰ ਗੁਰਬਾਣੀ ਦੇ ਵਿੱਚ ਤੇ ਕਿਤੇ ਨਹੀਂ ਆਖਿਆ ਕਿ ਤੂੰ ਇਸ ਤਰੀਕੇ ਨਾਲ ਪਾਠ ਕਰੀ ਚੱਲ, ਕਰੀ ਚੱਲ। ਪਾਤਸ਼ਾਹ ਗੁਰਬਾਣੀ ਦੇ ਵਿੱਚ ਕਹਿੰਦੇ ਹੈ, ਕਹਿੰਦੇ ਤੁਹਾਡਾ ਗੁਰੂ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦਾ, ਤੁਹਾਡਾ ਗੁਰੂ ਤੁਹਾਨੂੰ ਸਮਝਾਉਣਾ ਚਾਹੁੰਦਾ। ਉਹ ਸਮਝਣ ਦੀ ਗੱਲ ਕਰੀਏ ਗੁਰਮੁਖ ਪਿਆਰੇ। ਪੁੱਛ ਲਈਏ ਆਪਾਂ ਹਨੇਰੇ ਦੇ ਵਿੱਚਾਂ, ਹਨੇਰਾ ਕਾਹਦਾ? ਅਗਿਆਨਤਾ ਦਾ। ਜੋ ਗੁਰਬਾਣੀ ਹੈ ਇਹ ਚਾਨਣ ਹੈ। ਜਦੋਂ ਗੁਰਬਾਣੀ ਦਾ ਚਾਨਣ ਆ ਜਾਂਦਾ ਜਿੱਥੇ, ਉੱਥੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ। ਗੁਰਬਾਣੀ ਇਸ ਜੱਗ ਮੈਂ ਚਾਨਣ, ਗੁਰਬਾਣੀ ਤੇ ਚਾਨਣ ਹੈ ਇਸ ਜੱਗ ਦੇ ਵਿੱਚ। ਪਰ ਚਾਨਣ ਕਿਹਨੂੰ ਦੇਏਗੀ? ਕਿਸ ਨੂੰ ਦੇਏਗੀ ਚਾਨਣ? ਜਿਹੜਾ ਇਹਨਾਂ ਨੇਤਰਾਂ ਨੂੰ ਖੋਲ੍ਹ ਕੇ ਗੁਰਬਾਣੀ ਨੂੰ ਪੜ੍ਹੇਗਾ, ਪੜ੍ਹ ਕੇ ਸਮਝੇਗਾ ਕਿ ਮੈਨੂੰ ਗੁਰਬਾਣੀ ਕਹਿੰਦੀ ਕੀ ਹੈ, ਗੁਰਬਾਣੀ ਕਹਿੰਦੀ ਕੀ ਹੈ। ਦੇਖੋ ਗੁਰਮੁਖੋ, ਕਿੰਨੀ ਵਾਰ ਆਪਾਂ ਨੇ ਵੀ ਦੁਹਰਾ ਦਿੱਤਾ ਸ਼ਬਦ, ਆਮ ਵੀ ਤੁਸੀਂ ਸੁਣਦੇ ਹੋ। ਗੱਲ ਤੇ ਇੱਥੇ ਆ ਕੇ ਮੁੱਕਦੀ ਹੈ ਕਿ ਅਸੀਂ ਗੁਰਬਾਣੀ ਗੁਰੂ ਦੀ ਗੱਲ ਮੰਨਣ ਲਈ ਤਿਆਰ ਹਾਂ। ਜਿੱਥੇ ਜਿਹੜਾ ਜੀਵ ਗੁਰਬਾਣੀ ਗੁਰੂ ਦੀ ਗੱਲ ਮੰਨਣ ਲਈ ਤਿਆਰ